ਦੋਸਤੋ ਇਹ ਜਿਹੜੇ ਸਰਕਾਰੀ ਨੌਕਰੀ ਤੇ ਲੋਕ ਹੁੰਦੇ ਆ, ਚਾਹੇ ਉਹ ਉੱਚੇ ਲੈਵਲ ਦੇ ਆ ਚਾਹੇ ਉਹ ਥੱਲੜੇ ਲੈਵਲ ਦੇ ਆ, ਤੇ ਉਹਨਾਂ ਦੇ ਨਾਲ ਜਿਹੜੇ ਸੱਤਾਧਾਰੀ ਹੁੰਦੇ ਆ, ਚਾਹੇ ਉਹਦੇ ਚ ਮੁੱਖ ਮੰਤਰੀ ਆ ਚਾਹੇ ਉਹਦੇ ਚ ਐਮਐਲਏ ਆ ਚਾਹੇ ਉਹਦੇ ਚ ਮੰਤਰੀ ਆ, ਇਹਨਾਂ ਲੋਕਾਂ ਨੂੰ ਲੋਕਾਂ ਦੇ ਦਿੱਤੇ ਟੈਕਸ ਦੇ ਨਾਲ ਤਨਖਾਹ ਮਿਲਦੀ ਹੈ। ਲੋਕਾਂ ਦੇ ਦਿੱਤੇ ਕਮਾਈ ਦੇ ਨਾਲ, ਲੋਕਾਂ ਦੇ ਦਿੱਤੇ ਟੈਕਸ ਦੇ ਨਾਲ ਇਹ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ, ਬੱਚਿਆਂ ਦੀ ਪੜ੍ਹਾਈ ਤੇ ਬੱਚਿਆਂ ਦਾ ਭਵਿੱਖ ਜਿਹੜਾ ਸੈੱਟ ਕਰਦੇ ਆ। ਰੋਜੀ ਰੋਟੀ ਜੇ ਕਹਿ ਲਿਆ ਜਾਵੇ ਤੇ ਇੱਥੋਂ ਇਹਨਾਂ ਦੀ ਚੱਲਦੀ ਹੈ ਜਨਤਾ ਦੇ ਸਿਰ ਤੇ ਜਦੋਂ ਜਨਤਾ ਨੂੰ ਆਪਣੇ ਕੰਮਾਂ ਲਈ, ਇਨਸਾਫ ਲੈਣ ਲਈ ਸੜਕਾਂ ਤੇ ਉਤਰਨਾ ਪਵੇ, ਕੈਂਡਲ ਮਾਰਚ ਕੱਢਣੇ ਪੈਣ, ਤੇ ਫਿਰ ਇਹ ਸਮਝ ਲੈਣਾ ਚਾਹੀਦਾ ਕਿ ਸੂਬੇ 'ਚ ਦੇਸ਼ 'ਚ ਕਿਤੇ ਵੀ ਜਿਹੜੀ ਕਾਨੂੰਨ ਵਿਵਸਥਾ ਉਹ ਠੀਕ ਨਹੀਂ ਚੱਲ ਰਹੀ। ਔਰ ਮੈਂ ਤੁਹਾਨੂੰ ਯਾਦ ਦਿਵਾਉਣ ਲੱਗਾ ਕਿ ਅੱਜ ਤੋਂ 4-5 ਦਿਨ ਪਹਿਲਾਂ ਵੀ ਮੈਂ ਜਲੰਧਰ ਦੇ ਵਿੱਚ ਗਿਆ ਸੀਗਾ, ਜਿੱਥੇ ਇੱਕ ਪਰਿਵਾਰ ਦੇ 2 ਬੱਚਿਆਂ ਨੇ, ਜਵਾਨ ਬੱਚਿਆਂ ਨੇ, ਇੱਕ 40 ਸਾਲ ਦਾ ਇੱਕ 36 ਸਾਲ ਦਾ, ਉਹਨਾਂ ਨੇ ਇੱਕ SHO ਨਵਦੀਪ ਜਿਹੜਾ ਜਲੰਧਰ 'ਚ ਲੱਗਾ ਸੀ, ਜਿਹੜਾ ਅੱਗੇ ਵੀ ਕਈ ਵਾਰੀ ਸਸਪੈਂਡ ਹੋਇਆ ਔਰ ਕਈ ਉਹਦੀਆਂ ਜਿਹੜੀਆਂ ਕ੍ਰੀਤੀਆਂ ਸਾਹਮਣੇ ਆਈਆਂ ਸੀਗੀਆਂ, ਕਦੀ ਕੋਵਿਡ ਦੇ ਵਿੱਚ ਲੋਕਾਂ ਦੀਆਂ ਰੇਹੜੀਆਂ ਨੂੰ ਲੱਤਾਂ ਮਾਰ ਰਿਹਾ, ਉਹਦੇ ਦੁੱਖੋਂ ਉਹਨਾਂ ਨੇ ਦਰਿਆ 'ਚ ਛਾਲ ਮਾਰ ਦਿੱਤੀ ਸੀ। ਇੱਕ ਭਰਾ ਨੇ ਦੁਖੀ ਹੋ ਕੇ ਮਾਰੀ, ਦੂਜੇ ਨੇ ਉਹਨੂੰ ਬਚਾਉਣ ਲਈ ਛਾਲ ਮਾਰੀ, ਔਰ ਦੋਵਾਂ ਦਾ ਹੀ ਅੱਜ 17 ਅਗਸਤ ਤੋਂ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ। ਔਰ ਉਸ ਪਰਿਵਾਰ ਦਾ ਮਜ਼ਾਕ ਕਿਵੇਂ ਡਾਇਆ ਗਿਆ, ਸਾਰੇ ਪੁਲਿਸ ਪ੍ਰਸ਼ਾਸਨ ਵੱਲੋਂ, SHO ਤੋਂ ਲੈ ਕੇ ਕਮਿਸ਼ਨਰ ਤੱਕ, ਸਾਰਿਆਂ ਨੇ ਉਹਨਾਂ ਦੇ ਨਾਲ ਭੱਦੇ ਮਜ਼ਾਕ ਕਿਵੇਂ ਕੀਤੇ। ਕਦੀ ਉਹਨਾਂ ਨੂੰ ਕਿਹਾ ਜਾਂਦਾ ਕਿ ਮੁੰਡੇ ਤੁਹਾਡੇ ਜੀਂਦੇ ਨੇ, ਜੇ ਇੱਕ ਛੋਟੇ ਬੱਚੇ ਦੇ ਇਲਾਜ ਕਮਿਸ਼ਨਰ ਜਲੰਧਰ ਨੂੰ ਮਿਲਣ ਜਾਂਦੇ ਨੇ ਤੇ ਉਹ ਕਹਿੰਦੇ ਬੱਚੇ ਤੁਹਾਡੇ ਮਰੇ ਨਹੀਂ, ਉਹ ਦਰਿਆ ਦੇ ਵਿੱਚ ਉਹਨਾਂ ਛਾਲ ਨਹੀਂ ਮਾਰੀ, ਉਹ ਜੀਂਦੇ ਨੇ। ਕਦੀ ਉਹਨਾਂ ਨੂੰ ਇਹ ਕਹਿ ਕੇ ਕਿ ਇੱਕ ਬੱਚੇ ਦਾ ਫੋਨ ਜਿਹੜਾ ਉਹ 8 ਸੈਕਿੰਡ ਲਈ ਔਨ ਹੋਇਆ। ਹੁਣ ਮੈਂ ਪੁੱਛਣਾ ਚਾਹੁੰਦਾ ਕਿ ਜੇ ਕਿਸੇ ਨੇ ਦਰਿਆ 'ਚ ਛਾਲ ਮਾਰ ਦਿੱਤੀ, ਜੇ ਕਿਸੇ ਦਾ ਐਕਸੀਡੈਂਟ ਹੋ ਗਿਆ, ਉਹਦਾ ਕਿਸੇ ਨੇ ਫੋਨ ਚੁੱਕ ਲਿਆ, ਤੇ ਸਾਰੀ ਦੁਨੀਆ ਨੂੰ ਪਤਾ ਵੀ ਫੋਨ ਜਿਹੜਾ ਵਾ ਉਹ ਲੌਕ ਵੀ ਔਨ ਹੋ ਜਾਂਦਾ ਵਾ। ਕਦੀ SHO ਵੱਲੋਂ ਮਜ਼ਾਕ ਉਡਾਇਆ ਗਿਆ ਕਿ ਇਹਨਾਂ ਨੇ ਕਰਜ਼ਾ ਬੜਾ ਦੇਣਾ ਹੋਊਗਾ ਤਾਂ ਗਾਇਬ ਹੋ ਗਏ। ਮੈਂ ਉਦੋਂ ਵੀ ਇੱਕ ਸਵਾਲ ਕੀਤਾ ਸੀਗਾ ਕਿ ਇਹਨਾਂ ਦਾ ਚੰਗਾ ਭਲਾ ਕਾਰੋਬਾਰ ਹੈ, ਇਹਨਾਂ ਦਾ ਹਸਪਤਾਲ ਹੈ, ਇਹਨਾਂ ਦਾ ਸਕੂਲ ਹੈ, ਇਹਨਾਂ ਦੇ ਬਾਗ ਹੈ, ਇਹਨਾਂ ਦਾ ਛੋਟਾ ਇੱਕ ਜਿਹਨੂੰ ਤੁਸੀਂ ਕਹਿ ਸਕਦੇ ਹੋ ਵੀ ਮਾਰਕੀਟ ਹੈ, ਇਹਨੂੰ ਛੋਟੇ ਮਾਲ ਦਾ ਨਾਂ ਜਿਹੜਾ ਦਿੱਤਾ ਜਾਂਦਾ ਹੈ। ਜੋ ਮੇਰੇ ਪੁੱਛਣ ਦੇ ਵਿੱਚ ਆਇਆ ਉਹ ਪਤਾ ਲੱਗਾ ਵੀ ਰੋਟੀ ਪਾਣੀ ਤੇ ਚੰਗਾ ਖਾਂਦੇ ਸੀ। ਜੇ ਉਹਨਾਂ ਕਿਸੇ ਤੋਂ ਕਰਜ਼ਾ ਲਿਆ ਤੇ ਕਿਹੜਾ ਬੰਦਾ ਹੈ, ਕਿੰਨੇ ਕਿਹਾ ਕਿ ਮੇਰੇ ਕੋਲੋਂ ਕਰਜ਼ਾ ਲਿਆ। ਪ੍ਰਾਈਵੇਟ ਜਿਹੜਾ ਕਰਜ਼ਾ ਦਿੰਦੇ ਨੇ ਉਹ 5-5 10-10% ਤੇ ਦਿੰਦੇ ਨੇ, ਤੁਹਾਡੇ ਬਲੈਂਕ ਚੈੱਕ ਜਿਹੜੇ ਉਹ ਲੈ ਕੇ ਦਿੰਦੇ ਨੇ, ਕੋਈ ਵੀ ਸਾਹਮਣੇ ਨਹੀਂ ਆਇਆ। ਫਿਰ ਉਹਨਾਂ ਦੀ ਜਿਹੜਾ ਚਰਿੱਤਰ ਉਹਨਾਂ ਦਾ ਉਛਾਲਣ ਦੀ ਕੋਸ਼ਿਸ਼ ਕੀਤੀ ਗਈ, ਕਰੈਕਟਰ ਕਿ ਇਹ ਕ੍ਰਿਮੀਨਲ ਹੋਣਗੇ। ਮੈਂ ਪਰਿਵਾਰ ਕੋਲੋਂ ਬੜੀ ਡੂੰਘਾਈ ਨਾਲ ਪੁੱਛਿਆ ਕਿ ਬਹੁਤ ਸਮਾਂ ਪਹਿਲਾਂ ਮੇਰੇ ਤੇ ਵੀ 7-8 ਪਰਚੇ ਰਹੇ ਨੇ, ਉਹ ਪੋਲੀਟੀਕਲੀ ਨੇ, ਲੜਾਈ ਝਗੜੇ ਹੁੰਦੇ ਰਹੇ ਜ਼ਿੰਦਗੀ ਦੇ ਵਿੱਚ। ਉਹਨਾਂ ਦੇ ਉੱਤੇ ਵੀ ਕੋਈ 2011 ਦੇ ਵਿੱਚ ਕੋਈ ਪਰਚਾ ਦਰਜ ਹੋਇਆ ਸੀਗਾ, ਹਾਈ ਕੋਰਟ ਵੱਲੋਂ ਕੁਐਸ਼ ਹੋ ਗਏ। ਕੋਈ ਦੇਸ਼ ਦਾ ਪ੍ਰੋਸੈਸ ਹੈ ਯਾਰ, ਉਹਦੇ ਵਿੱਚ ਪ੍ਰਧਾਨ ਮੰਤਰੀ ਵੀ ਬਰੀ ਹੋਇਆ, ਉਹਦੇ ਵਿੱਚ ਦੇਸ਼ ਦਾ ਗ੍ਰਹਿ ਮੰਤਰੀ ਵੀ ਬਰੀ ਹੋਇਆ, ਆ ਬਹੁਤ ਵੱਡੇ ਪੋਲੀਟੀਸ਼ੀਅਨ ਵੀ ਉਹਦੇ ਵਿੱਚੋਂ ਬਰੀ ਹੁੰਦੇ ਨੇ, ਕੋਰਟਾਂ ਦਾ ਸਹਾਰਾ ਲੈਂਦੇ ਨੇ। ਹੋਰ ਇਹਨਾਂ ਕੋਈ UNO ਤੋਂ ਸਰਟੀਫਿਕੇਟ ਲੈ ਕੇ ਆਉਣਾ ਸੀਗਾ। ਕਿੱਥੇ ਮਾੜੇ ਕਰੈਕਟਰ ਦੇ ਸੀਗੇ, ਕਿਤੇ ਵੀ ਨਹੀਂ ਦੱਸਿਆ ਗਿਆ। ਬਾਰ-ਬਾਰ ਪਰਿਵਾਰ ਨੂੰ ਡਰਾਉਣ ਦੀ ਤੇ ਜਿਹੜਾ ਉਹਨਾਂ ਦਾ ਮਨੋਬਲ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਔਰ ਦੁੱਖ ਇਸ ਗੱਲ ਦਾ ਲੱਗਦਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਆਵਾਜ਼ ਚੁੱਕੀ। ਮੈਂ ਉਦੋਂ ਅਪੀਲ ਵੀ ਕੀਤੀ ਸਾਰਿਆਂ ਨੂੰ, ਮੈਂ ਹਰ ਬੰਦੇ ਨੂੰ ਕਹਿਣਾ ਚਾਹੁੰਦਾ, ਦੇਖੋ ਮੈਂ ਅਕਾਲੀ ਦਲ ਨੂੰ ਵੀ ਅਪੀਲ ਕੀਤੀ ਕਿ ਤੁਹਾਡਾ ਆਪਣਾ ਕਾਡਰ ਹੈ, ਕਾਂਗਰਸ ਨੂੰ ਵੀ ਅਪੀਲ ਕੀਤੀ। ਮੈਂ ਇਕੱਲਾ ਬੰਦਾ ਉੱਥੇ ਬੋਲਿਆ, ਮੇਰੇ ਤੋਂ ਬਾਅਦ ਪ੍ਰਤਾਪ ਬਾਜਵਾ ਆਉਂਦੇ ਨੇ, ਬਿਕਰਮ ਮਜੀਠੀਆ ਆਉਂਦੇ ਨੇ, ਰਾਜਾ ਵੜਿੰਗ ਆਉਂਦੇ ਨੇ ਉੱਥੇ, ਔਰ ਹੋਰ ਜਿਹੜੇ ਬਹੁਤ ਸਾਰੇ ਨੇਤਾ ਉਹਨਾਂ ਦੇ ਘਰ ਪਹੁੰਚਦੇ ਨੇ। ਮੈਂ ਇੱਕ ਗੱਲ ਦੀ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਵੈਰ, ਦੁਸ਼ਮਣੀਆਂ, ਮਤਭੇਦ ਇੱਕ ਅਲੱਗ ਚੀਜ਼ਾਂ ਹੋ ਸਕਦੀਆਂ, ਵਿਚਾਰਕ ਮਤਭੇਦ, ਪਰ ਜਦੋਂ ਕਿਸੇ ਦਾ ਸਾਂਝਾ ਮੁੱਦਾ, ਜਦੋਂ ਸਮਾਜ ਦੇ ਵਿੱਚ ਐਡੇ ਘਿਨਾਉਣੇ ਕੰਮ ਹੁੰਦੇ ਆ, ਮੈਂ ਕਿਸੇ ਤੋਂ ਵੀ ਗਰੇਜ ਨਹੀਂ ਕਰਦਾ। ਮੈਂ ਸਾਰਿਆਂ ਨੂੰ ਕਿਹਾ ਸੀ ਉੱਥੇ ਪਹੁੰਚੋ। ਅੱਜ ਉੱਥੇ ਕੈਂਡਲ ਮਾਰਚ ਕੀਤਾ ਗਿਆ ਪਰਿਵਾਰ ਵੱਲੋਂ, ਔਰ ਅਕਾਲੀ ਦਲ ਵੀ ਉੱਥੇ, ਉਹਨਾਂ ਦਾ ਕਾਡਰ ਜਿਹੜਾ ਸਾਰਾ ਆਇਆ ਸੀਗਾ, ਯੂਥ ਅਕਾਲੀ ਦਲ, ਕਿਉਂਕਿ ਲੋਕਾਂ ਲਈ ਮੈਨੂੰ ਕਿਸੇ ਅੱਗੇ ਝੋਲੀ ਵੀ ਅੱਡਣੀ ਪਵੇ, ਭੀਖ ਵੀ ਮੰਗਣੀ ਪਵੇ, ਤੇ ਮੈਂ ਕਦੀ ਉਹਦੇ ਤੋਂ ਗਰੇਜ ਨਹੀਂ ਕੀਤਾ। ਲੋਕਾਂ ਲਈ, ਆਪਣੇ ਲਈ ਨਹੀਂ, ਕਿ ਗੈਰਤ ਇਤਨੀ कि अपने लिए कभी किसी दर पर झुका नहीं, बेगैरत इतना हूं कि लोगों के लिए कोई दर छोड़ा नहीं। और सो सारिਆਂ ने आवाज बुलंद की, पर कोई भी सरकार दे कन्ना दे उत्ते ਜਾਂ ਜਿਹੜੇ ਜਲੰਧਰ ਦੇ ਕਮਿਸ਼ਨਰ ਆ ਉਹਨਾਂ ਦੇ ਕੰਨਾਂ ਦੇ ਉੱਤੇ ਕੋਈ ਜੂੰ ਨਹੀਂ ਸਰਕੀ, ਕਿਸੇ ਨੇ ਵੀ ਕੋਈ ਉਪਰਾਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਤੇ ਇਹ ਵੀ ਗੱਲ ਕਹੀ ਸੀ ਕਿ ਜੇ ਉਹ ਭਰਾ ਜੀਂਦੇ ਨੇ ਤੇ ਫਿਰ ਪਰਿਵਾਰ ਦੇ ਉੱਤੇ ਕਾਰਵਾਈ ਕਰ ਦਿਓ। ਅਸੀਂ ਤਾਂ ਤੁਹਾਡੇ ਕੋਲੋਂ ਮਾਫੀ ਵੀ ਮੰਗਾਂਗੇ ਜੇ ਸਾਡਾ ਕੋਈ ਕਸੂਰ ਨਿਕਲਿਆ, ਤੇ ਕਾਰਵਾਈ ਵੀ ਕਰ ਦਿਓ। ਅਸੀਂ ਝੂਠੇ ਸਾਬਤ ਹੋਣੇ ਚਾਹੀਦੇ, ਉਹ ਭਰਾ ਜੀਂਦੇ ਹੋਣੇ ਚਾਹੀਦੇ ਨੇ। ਰੋਜ਼ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ, ਔਰ ਅੱਜ ਪਤਾ ਲੱਗਾ ਕਿ ਗੋਂਦਵਾਲ ਇੱਥੇ ਤਲਵੰਡੀ ਜਿੱਥੋਂ ਦਰਿਆ ਵਗਦਾ ਉਹਦੇ ਵਿੱਚ ਅੱਜ ਇੱਕ ਡੈੱਡ ਬੋਡੀ ਮਿਲੀ ਹੈ, ਜਿਹਦੇ ਵਿੱਚ ਉਹ ਬੱਚਾ ਜਿਹੜਾ ਕੜਾ ਪਾਉਂਦਾ ਸੀਗਾ ਉਹ ਕੜਾ ਹੈ ਉਹਦੇ ਬੂਟਾਂ ਤੋਂ ਅਜੇ ਵੀਡੀਓ ਦੇ ਵਿੱਚ ਸ਼ਨਾਖਤ ਹੋ ਰਹੀ ਹੈ ਕਿ ਪਰਿਵਾਰ ਉੱਥੇ ਸ਼ਨਾਖਤ ਕਰਨ ਲਈ ਜਾ ਰਿਹਾ। ਮੈਂ ਫਿਰ ਕਹਿਣਾ
ਕਿ ਇਹ ਲਾਸ਼ ਉਹਦੀ ਨਹੀਂ ਹੋਣੀ ਚਾਹੀਦੀ। ਉਹ ਪਰਿਵਾਰ ਖਤਮ ਹੋ ਗਿਆ। ਦੋ ਹੀ ਭਰਾ ਸੀਗੇ, ਛੋਟੇ ਛੋਟੇ ਉਹਨਾਂ ਦੇ ਬੱਚੇ ਆ। ਇੱਕ ਦੇ ਅਜੇ ਬੱਚਾ ਕੋਈ ਨਹੀਂ, ਉਹ ਮੈਰਿਡ ਹੈ। ਉਹ ਦੋ ਦੇ ਨਾਲ ਤੁਸੀਂ ਹੋਰ ਦੋ ਪਰਿਵਾਰ ਜਿਹੜੀਆਂ ਲੜਕੀਆਂ ਵਾਲੇ ਨੇ ਉਹ ਵੀ ਤਬਾਹ ਕੀਤੇ ਨੇ। ਸੋ ਜੇ ਉਹ ਡੈੱਡ ਬੋਡੀ ਉਹਦੀ ਨਿਕਲਦੀ ਆ ਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ? ਜੋ ਉਹਨਾਂ ਨੇ ਉੱਥੇ ਛਾਲ ਮਾਰੀ ਸੀਗੀ ਤੇ ਫਿਰ SHO ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕੀਤੀ ਗਈ? ਮੇਰਾ ਸਰਕਾਰ ਨੂੰ, ਜਲੰਧਰ ਦੇ ਕਮਿਸ਼ਨਰ ਨੂੰ, ਪੰਜਾਬ ਦੇ DGP ਨੂੰ ਇੱਕ ਸਵਾਲ ਜ਼ਰੂਰ ਹੈ ਕਿ ਜੇ ਉਹ ਬੰਦਾ ਐਡਾ ਹੀ ਦਾਗੀ ਸੀਗਾ, 5 ਵਾਰੀ ਉਹ ਅੱਗੇ ਸਸਪੈਂਡ ਹੋਇਆ, ਫਿਰ ਕੀ ਮਜਬੂਰੀ ਬਣਦੀ ਹੈ ਕਿ ਇਹੋ ਜਿਹੇ ਲੋਕਾਂ ਨੂੰ ਥਾਣੇ ਦੇਣ ਦੀ, ਇਹੋ ਜਿਹੇ ਲੋਕਾਂ ਨੂੰ ਲੋਕਾਂ ਦੇ ਉੱਤੇ ਰਾਜ ਕਰਨ ਦੀ, ਇਹੋ ਜਿਹੇ ਲੋਕਾਂ ਦੀ ਤੁਸੀਂ ਡਿਊਟੀ ਲਾ ਦਿੰਦੇ ਹੋ ਲੋਕਾਂ ਨੂੰ ਇਨਸਾਫ ਦੇਣ ਲਈ? ਫਿਰ ਕੀ ਮਜਬੂਰੀ ਹੈ? ਜਾਂ ਤੇ ਉਹ ਪੈਸੇ ਇਕੱਠੇ ਕਰਕੇ ਦਿੰਦੇ ਨੇ ਜਾਂ ਕਰਪਸ਼ਨ ਤੁਹਾਨੂੰ ਕਰਕੇ ਦਿੰਦੇ ਨੇ ਦਬਕਿਆਂ ਦੇ ਨਾਲ, ਜਿੰਨੇ ਵੱਧ ਦਬਕਾ ਤੇ ਉਹਨੇ ਵੱਧ ਪੈਸੇ। ਫਿਰ ਹੋਰ ਦੂਜਾ ਕਾਰਨ ਦੱਸੋ ਕਿ ਪੰਜਾਬ ਪੁਲਿਸ ਦੇ ਵਿੱਚ ਹੋਰ ਕੋਈ ਅਫਸਰ ਨਹੀਂ ਹੈਗੇ ਜਿਨ੍ਹਾਂ ਨੂੰ SHO ਲਾ ਦਿੱਤਾ ਜਾਵੇ? ਸੋ ਉਹਨਾਂ ਦੀ ਅੱਜ 15-17 ਦਿਨ ਤੋਂ ਰਿਪੋਰਟ ਹੀ ਨਹੀਂ ਲਿਖੀ ਗਈ। ਥਾਣੇ ਦੇ ਵਿੱਚ ਕੈਮਰੇ ਬੰਦ ਕਰ ਦਿੱਤੇ ਗਏ। ਇਹਦੀ ਮੈਂ ਬਕਾਇਦਾ ਇਹ ਕਿਹਾ ਸੀਗਾ ਕਿ ਜੇ ਪੰਜਾਬ ਪੁਲਿਸ ਜਾਂਚ ਨਹੀਂ ਕਰ ਸਕਦੀ ਤੇ ਇਹਦੀ ਜਾਂਚ CBI ਨੂੰ ਦੇਣੀ ਚਾਹੀਦੀ ਹੈ। ਪਰ ਮੈਨੂੰ ਪਤਾ ਲੱਗਾ ਕਿ DIG ਰੂਰਲ ਵਾਲਿਆਂ ਨੂੰ ਇਹਦੀ ਜਾਂਚ, ਜਿਹੜੇ ਸਵਪਨ ਸ਼ਰਮਾ ਨੇ, ਉਹਨਾਂ ਨੂੰ ਦਿੱਤੀ। ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿ ਆਪਣੇ ਬੱਚਿਆਂ ਦੇ ਉੱਤੇ ਲੈ ਕੇ ਸੋਚੋ ਕਿ ਤੁਹਾਡੇ ਬੱਚਿਆਂ ਨਾਲ ਇਹ ਹਾਲ ਹੋਇਆ ਹੋਊਗਾ। ਮੈਂ ਆਪਣੇ ਬੱਚਿਆਂ ਤੇ ਲੈ ਕੇ ਸੋਚਦਾ ਕਿ ਜੇ ਇਹ ਕਿਸੇ ਦੇ ਨਾਲ ਇਹੋ ਜਿਹਾ ਕੋਈ ਕਾਰਾ ਹੋ ਜਾਂਦਾ ਤੇ ਉਸ ਬੰਦੇ ਤੇ ਕੀ ਬੀਤੂਗੀ, ਮੈਂ ਕੀ ਸੋਚ ਰਿਹਾ ਹੋਊਗਾ। ਮਤਲਬ ਇਹਨਾਂ ਚੀਜ਼ਾਂ ਨੂੰ ਗੌਰ ਫਰਮਾ ਕੇ ਦੀ ਜਾਂਚ ਜਿਹੜੀ ਕੀਤੀ ਜਾਵੇ। ਇਹ ਨਹੀਂ ਹੈਗਾ ਕਿ ਜਿੱਥੇ ਕਿਤੇ ਕੋਈ ਪੁਲਿਸ ਵਾਲਾ ਆ ਗਿਆ ਤੇ ਉਹਨੂੰ ਆਪਾਂ ਬਚਾਉਣ ਲਈ ਸਾਰਾ ਤਾਮਝਾਮ ਹੀ ਲਾ ਦਈਏ, ਸਾਰੀ ਸਰਕਾਰ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਈਏ। ਕੱਲਾ ਪਰਿਵਾਰ ਨੂੰ ਗੁੰਮਰਾਹ ਨਹੀਂ ਕੀਤਾ ਗਿਆ। ਜੋ ਮੇਰੇ ਧਿਆਨ ਦੇ ਵਿੱਚ ਆਇਆ, DGP ਪੰਜਾਬ ਨੂੰ ਵੀ ਗੁੰਮਰਾਹ ਕੀਤਾ ਗਿਆ ਜਲੰਧਰ ਪੁਲਿਸ ਵੱਲੋਂ, ਕਮਿਸ਼ਨਰ ਵੱਲੋਂ, CM ਨੂੰ ਵੀ ਮਤਲਬ ਇਹ ਗੁੰਮਰਾਹ ਕੀਤਾ ਗਿਆ ਕਿ ਉਹ ਬੱਚੇ ਜਿਹੜੇ ਉਹ ਜੀਂਦੇ ਹੋਣਗੇ। ਅੱਜ ਤੇ ਜੇ ਉਹਦੀ ਡੈੱਡ ਬੋਡੀ ਮਿਲਦੀ ਆ ਤੇ ਫਿਰ ਕਿਤੇ ਤੇ ਕਾਰਵਾਈ ਹੋਣੀ ਚਾਹੀਦੀ। ਕੀ ਗੱਲ ਕੇਵਲ ਕੱਲੇ SHO ਤੇ ਹੋਣੀ ਚਾਹੀਦੀ ਹੈ? ਸਿਰਫ ਪੁਲਿਸ ਦਾ ਬੰਦਾ ਸੀਗਾ ਔਰ ਸਾਰਾ ਤਾਮਝਾਮ ਲੱਗ ਗਿਆ। ਸਾਰਾ ਜਲੰਧਰ ਇੱਕ ਪਾਸੇ ਹੈ ਔਰ ਪੁਲਿਸ ਇੱਕ ਪਾਸੇ ਹੈ। ਫਿਰ ਮੈਂ ਇਹਦੇ ਲਈ ਤੇ ਇਹੋ ਗੱਲ ਕਹੂੰਗਾ ਕਿ ਹੁਆ ਅਪਹਰਨ ਕਾਨੂੰਨ ਕਾ ਪੂਰੀ ਜਨਤਾ ਮੌਨ, ਕੋਹਰਾ ਥਾਣੇਦਾਰ ਹੈ ਰਪਟ ਲਿਖਾਏਗਾ ਕੌਣ? ਜਿਹੜਾ ਦੋਸ਼ੀ ਥਾਣੇਦਾਰ ਆ ਫਿਰ ਉਹਦੇ ਖਿਲਾਫ ਕਾਰਵਾਈ ਕਿੰਨੇ ਕਰਨੀ ਹੈ? ਕਿੰਨੇ ਇਹਦੇ ਖਿਲਾਫ ਜਿਹੜੀ ਉਹ ਲੋਕਾਂ ਨੂੰ ਇਨਸਾਫ ਦੇਣਾ ਸੀਗਾ? ਸੋ ਮੇਰੀ ਭਗਵੰਤ ਮਾਨ ਹੋਣਾ ਨੂੰ ਵੀ ਅਪੀਲ ਹੈ ਕਿ ਦੇਖੋ, ਜਿੱਥੇ ਕਿਤੇ ਵਿਰੋਧੀ ਮੁੱਦਾ ਚੁੱਕਦੇ ਆ, ਜ਼ਰੂਰੀ ਨਹੀਂ ਕਿ ਉਹਦੇ ਤੋਂ ਆਪਾਂ ਕੰਨ ਹੀ ਪਰੇ ਕਰ ਲਈਏ। ਉਸ ਮੁੱਦੇ ਦਾ ਤੁਸੀਂ ਨਿਚੋੜ ਦੇਖੋ ਕੀ ਆ। ਜੇ ਉਹ ਸਹੀ ਆ ਤੇ ਤੁਹਾਨੂੰ ਕਿਸੇ ਗਾਲਾਂ ਕੱਢਣ ਵਾਲੇ ਨੇ ਵੀ ਮੁੱਦਾ ਚੁੱਕਿਆ ਤੇ ਉਹਦੇ ਉੱਤੇ ਗੌਰ ਜਿਹੜਾ ਜ਼ਰੂਰ ਫਰਮਾਉਣਾ ਚਾਹੀਦਾ। ਇਹਦੇ ਨਾਲ ਲੋਕ ਜੁੜੇ ਆ, ਇਹਦੇ ਨਾਲ ਲੋਕਾਂ ਦਾ ਇਨਸਾਫ ਜੁੜਿਆ, ਇਹਦੇ ਨਾਲ ਲੋਕ ਤੁਹਾਡੇ ਉੱਤੇ ਵਿਸ਼ਵਾਸ ਕਰਨਗੇ। ਨਹੀਂ ਤੇ ਤੁਹਾਡਾ ਵਿਸ਼ਵਾਸ ਮੁੱਦਾ ਤੇ ਹਰ ਪੋਲੀਟੀਸ਼ੀਅਨ ਨੇ ਚੁੱਕਣਾ, ਜਿੱਥੇ ਕਿਤੇ ਵੀ ਹੋਊਗਾ ਤੁਹਾਡੇ ਵਿਰੋਧੀਆਂ ਨੇ ਚੁੱਕਣਾ ਹੀ ਚੁੱਕਣਾ। ਪਰ ਉਹਦਾ ਮਤਲਬ ਇਹ ਨਹੀਂ ਕਿ ਜਿੱਥੇ ਤੁਹਾਡੇ ਵਿਰੋਧੀ ਚੱਲ ਗਏ ਆ ਤੇ ਉੱਥੇ ਗੌਰ ਹੀ ਨਾ ਫਰਮਾਇਆ ਜਾਵੇ, ਉਹਦੇ ਉੱਤੇ ਧਿਆਨ ਹੀ ਨਾ ਦਿੱਤਾ ਜਾਵੇ। ਮੈਂ ਫਿਰ ਕਹਿਣਾ, ਵਿਰੋਧੀ ਦੇ ਕਹਿਣ ਤੇ ਵੀ ਕੰਮ ਕਰੋਗੇ ਤੇ ਲੋਕ ਤੁਹਾਡੀ ਹੋਰ ਵੱਧ ਇੱਜ਼ਤ ਕਰਨਗੇ ਕਿ ਜੇ ਕੋਈ ਉਹਨੂੰ ਗਾਲਾਂ ਕੱਢਣ ਵਾਲਾ ਵੀ ਮੁੱਦਾ ਚੁੱਕਦਾ ਪਰ ਸਰਕਾਰ ਜਿਹੜਾ ਧਿਆਨ ਦਿੰਦੀ ਹੈ, CM ਉਹਦੇ ਉੱਤੇ ਧਿਆਨ ਦਿੰਦਾ। ਔਰ ਮੈਂ ਇਹ ਤੁਹਾਨੂੰ ਫਿਰ ਅਖੀਰ ਚ ਅਪੀਲ ਕਰਦਾ CM ਸਾਹਿਬ ਕਿ ਜ਼ਰੂਰ ਗੌਰ ਫਰਮਾਇਓ। ਕਿਸੇ ਨੇ ਵੀ ਉਹਨਾਂ ਦੀ ਬਾਤ ਨਹੀਂ ਪੁੱਛੀ, ਨਾ ਕੋਈ ਤੁਹਾਡਾ MLA ਗਿਆ, ਨਾ ਕੋਈ ਤੁਹਾਡਾ ਉੱਥੇ ਮੰਤਰੀ ਗਿਆ ਕਿ ਇੱਕ ਪਰਿਵਾਰ ਦੇ 2 ਜੀ ਗਏ ਹੁਣ ਤੇ ਉਹਨਾਂ ਦੀ ਬਾਤ ਹੀ ਨਾ ਪੁੱਛੀ ਜਾਵੇ, ਉਹਨਾਂ ਨੂੰ ਪੁੱਛਿਆ ਹੀ ਨਾ ਜਾਵੇ। ਹਾਂ, ਕਮਿਸ਼ਨਰ ਵੱਲੋਂ DCP ਨੂੰ ਬਾਰ-ਬਾਰ ਉਹਨਾਂ ਨੂੰ ਮਿਲਾਇਆ ਜਾਂਦਾ ਰਿਹਾ ਕਿ ਇਸ ਮੁੱਦੇ ਦੇ ਉੱਤੇ ਬੱਚੇ ਤੁਹਾਡੇ ਜੀਂਦੇ ਨੇ। ਉਹਨਾਂ ਦੇ ਮਨ ਦੇ ਵਿੱਚ, ਬਾਕੀ ਲੋਕਾਂ ਦੇ ਵੀ, ਸਾਡੇ ਲੋਕਾਂ ਦੇ ਮਨ ਦੇ ਵਿੱਚ ਵੀ ਇਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਇਹ ਬੱਚੇ ਜੀਂਦੇ ਨੇ, ਇਹਨਾਂ ਦੇ ਉੱਤੇ ਮਤਲਬ ਇਹ ਏਡੀ ਰਾਜਨੀਤੀ ਕਰਨ ਦੀ ਲੋੜ ਨਹੀਂ। ਉਹ DCP ਬਾਰੇ ਜਾਂ ਜਲੰਧਰ ਦੀ ਪੁਲਿਸ ਬਾਰੇ ਮੈਂ 2 ਲੈਣਾ ਜ਼ਰੂਰ ਕਹੂੰਗਾ ਕਿ ਤੁਹਾਡੇ ਹੱਥੋਂ ਹੀ ਜੁਰਮ ਹੋਇਆ ਹੋਵੇ। ਤੁਸੀਂ ਉਹ ਬੱਚੇ ਜਿਹੜੇ ਮਰਨ ਲਈ ਮਜਬੂਰ ਕੀਤੇ ਹੋਣ ਔਰ ਤੁਸੀਂ ਉਹਨਾਂ ਲੋਕਾਂ ਨੂੰ ਦਿਲਾਸੇ ਦੇ ਰਹੇ ਹੋ ਕਿ ਜ਼ਖਮ ਦੇने का अंदाज कुछ ऐसा है, ਜ਼ਖਮ ਦੇ ਕੇ पूछते हैं हाल कैसा है, किसी एक से गिला क्या करना, सारी दुनिया का मिजाज एक जैसा है। ਅਖੀਰ ਦੇ ਵਿੱਚ ਮੈਂ ਜਲੰਧਰ ਵਾਸੀਆਂ ਨੂੰ ਵੀ ਅਪੀਲ ਕਰਦਾ ਕਿ ਮੁੱਦਾ 4-5 ਦਿਨ ਤੋਂ ਬਹੁਤ ਭਾਗਿਆ। ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਔਰ ਸਾਰੇ ਪੋਲੀਟੀਸ਼ੀਅਨ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ, ਮੈਂ ਸਾਰਿਆਂ ਨੂੰ ਕਹਿਣਾ, ਮੈਂ ਤੁਹਾਡੇ ਕੋਲੋਂ ਝੋਲੀ ਅੱਡ ਕੇ ਭੀਖ ਮੰਗਦਾ ਕਿ ਇਹੋ ਜਿਹੇ ਮੁੱਦਿਆਂ ਦੇ ਉੱਤੇ ਗੌਰ ਜ਼ਰੂਰ ਕਰਿਆ ਕਰੋ, ਇਹੋ ਜਿਹੇ ਮੁੱਦਿਆਂ ਦੇ ਉੱਤੇ ਕਾਰਵਾਈ ਜ਼ਰੂਰ ਕਰਿਆ ਕਰੋ। ਮੈਂ ਲੋਕਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਅਸਲ ਦੇ ਵਿੱਚ ਪ੍ਰਸ਼ਾਸਨ ਦਾ ਰੁੱਖ ਹੀ ਹੁੰਦਾ। ਮੇਰੀ ਵੀ 20-25 ਸਾਲ ਇਹ ਸਿਆਸੀ ਜਿਹੜਾ ਮੈਨੂੰ ਇਹਨਾਂ ਲੋਕਾਂ ਦੇ ਵਿੱਚ ਹੋ ਗਏ ਕਿ ਪਹਿਲੇ ਦਿਨ ਉੱਥੇ ਲੋਕ ਇਕੱਠੇ ਹੁੰਦੇ ਨੇ 400-500, ਅਗਲੇ ਦਿਨ ਹੋ ਜਾਂਦੇ 300, ਫਿਰ ਹੌਲੀ ਹੌਲੀ ਹੋ ਜਾਂਦੇ 30। ਇਹੋ ਚੀਜ਼ਾਂ ਹੀ ਪੁਲਿਸ ਡੀਕਦੀ ਹੁੰਦੀ ਆ ਤੇ ਇਹੋ ਚੀਜ਼ਾਂ ਹੀ ਪ੍ਰਸ਼ਾਸਨ ਤੇ ਸਰਕਾਰ ਡੀਕਦੀ ਹੁੰਦੀ ਆ ਕਿ ਲੋਕਾਂ ਦਾ ਪ੍ਰੈਸ਼ਰ ਬਹੁਤ ਹੁੰਦਾ। ਜਦੋਂ ਇਕੱਠ ਘੱਟ ਹੋਣਾ ਸ਼ੁਰੂ ਹੋ ਜਾਏ ਤੇ ਆਪਣੇ ਆਪ ਹੀ ਲੋਕ ਉਸ ਮੁੱਦੇ ਨੂੰ ਭੁੱਲ ਜਾਂਦੇ ਨੇ। ਸੋ ਮੇਰੀ ਬੇਨਤੀ ਹੈ ਕਿ ਕਿਸੇ ਨੂੰ ਵੀ ਇਸ ਤਰੀਕੇ ਭੁਲਾਇਆ ਨਾ ਜਾਵੇ। ਅੱਜ ਜੋ ਉਸ ਪਰਿਵਾਰ ਨਾਲ ਵਧੀਕੀ ਹੋਈ ਹੈ, ਉਹਨਾਂ ਦੇ 2 ਬੱਚੇ ਗਏ ਨੇ ਤੇ ਕੱਲ ਨੂੰ
ਕਿਸੇ ਨਾਲ ਵੀ ਇਹ ਹਾਦਸਾ ਵਾਪਰ ਸਕਦਾ, ਫਿਰ ਤੁਹਾਡੇ ਨਾਲ ਵੀ ਕਿਸੇ ਨੇ ਨਹੀਂ ਖਲੋਣਾ। ਪੁਲਿਸ ਨੇ ਉਹਨਾਂ ਦਾ ਰੱਜ ਕੇ ਮਜ਼ਾਕ ਬਣਾਇਆ। ਇੱਕ ਗੱਲ ਮੈਂ ਹੋਰ ਦੱਸ ਦਿਆਂ, 90-95 ਸਾਲ ਦੇ ਉਹਨਾਂ ਦੇ ਦਾਦਾ ਜੀ ਨੇ, ਉਹਨਾਂ ਨੂੰ ਅਜੇ ਤੱਕ ਦੱਸਿਆ ਹੀ ਨਹੀਂ ਗਿਆ ਕਿ ਤੁਹਾਡੇ 2 ਬੱਚਿਆਂ ਨੇ ਦਰਿਆ 'ਚ ਛਾਲ ਮਾਰੀ ਹੈ। ਉਹ ਅਜੇ ਵੀ ਸੋਚਦੇ ਨੇ ਕਿ ਸਾਡੇ ਘਰ ਆ ਜਾਣੇ ਨੇ, ਉਹ ਵਾਪਸ ਆ ਜਾਣੇ ਨੇ। ਔਰ ਪੁਲਿਸ ਬਹਾਨੇ ਕੀ ਬਣਾਉਂਦੀ ਆ, ਉਹ ਕਿਸੇ ਨੂੰ ਫੋਨ ਦੇ ਉੱਤੇ ਕਹਿ ਰਹੇ, ਉਹਨਾਂ ਨੂੰ ਕੋਈ ਪੁੱਛ ਰਿਹਾ, ਸ਼ਾਇਦ ਕੋਈ ਪੁਲਿਸ ਦੀ ਸਾਜ਼ਿਸ਼ ਹੋਵੇ ਕਿ ਤੁਹਾਡੇ ਬੱਚੇ ਕਿੱਥੇ ਨੇ, ਤੁਹਾਡੇ ਪੋਤਰੇ ਕਿੱਥੇ ਨੇ, ਤੇ ਉਹ ਅੱਗੋਂ ਕਹਿ ਰਹੇ ਕਿ ਆ ਜਾਣਗੇ ਘਰ ਥੋੜੇ ਦਿਨਾਂ ਦੇ ਵਿੱਚ ਵਾਪਸ। ਔਰ ਉਹਨੂੰ ਹੀ ਪਲੀ ਬਣਾ ਲਿਆ ਕਿ ਯਾਰ ਦਾਦਾ ਉਹਦਾ ਕਹਿ ਰਿਹਾ ਬੱਚੇ ਆਪਣੇ ਆਪ ਹੀ ਕਿਤੇ ਗਾਇਬ ਹੋਏ ਹੋਣਗੇ। ਉਸ ਦਾਦੇ ਨੂੰ ਦੱਸਿਆ ਹੀ ਨਹੀਂ ਗਿਆ। ਤੇ ਜੇ ਤੁਹਾਨੂੰ ਲੱਗਦਾ ਵੀ ਉਹ ਬੱਚੇ ਟਰੇਸ ਹੋ ਸਕਦੇ ਸੀ ਫੋਨ ਤੋਂ, ਤੇ ਫਿਰ ਪੁਲਿਸ ਕੋਲ ਕਾਹਦੀ ਟੈਕਨੋਲੋਜੀ ਹੈ? ਕੱਲ ਨੂੰ ਕੋ ਦਰਿਆ 'ਚੋਂ ਪਾਕਿਸਤਾਨ ਤੋਂ ਜਿੱਦਾਂ ਸਮੁੰਦਰ ਦੇ ਵਿੱਚ ਉੱਥੇ ਉਹ ਕਸਾਬ ਹੋਣੀ ਆ ਗਏ ਸੀ, ਫਿਰ ਕੋਈ ਆ ਕੇ ਤੇ ਹਮਲਾ ਕਰ ਦੂਗਾ, ਫਿਰ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰੂਗਾ, ਤੇ ਉੱਥੇ ਤੁਸੀਂ ਕੀ ਕਰੋਗੇ ਜੇ ਤੁਹਾਡੇ ਕੋਲੋਂ 2 ਬੱਚੇ ਲੱਭੇ ਹੀ ਨਹੀਂ ਜਾ ਰਹੇ, ਜੀਂਦੇ ਜਾਂ ਮੁਰਦਾ? ਸੋ ਲੋਕਾਂ ਦਾ ਮਜ਼ਾਕ ਨਾ ਡਾਇਆ ਕਰੋ। ਲੋਕ ਬੜੇ ਜਾਗਰੂਕ ਨੇ, ਲੋਕਾਂ ਨੂੰ ਸਲਾਹਾਂ ਦੇਣ ਵਾਲੇ ਵੀ ਬੜੇ ਨੇ, ਲੋਕਾਂ ਦੇ ਉੱਤੇ ਮਤਲਬ ਲੋਕਾਂ ਦੇ ਨਾਲ ਖਲੋਣ ਵਾਲੇ ਲੋਕ ਵੀ ਬੜੇ ਨੇ। ਸੋ ਇਸ ਪਰਿਵਾਰ ਨੂੰ ਇਨਸਾਫ ਜਿਹੜਾ ਮਿਲਣਾ ਚਾਹੀਦਾ। ਮੈਂ ਅਖੀਰ ਦੇ ਵਿੱਚ ਮੇਰਾ ਕੋ ਮਕਸਦ ਤੁਹਾਨੂੰ ਕੋਸਣਾ ਨਹੀਂ ਸਰਕਾਰ ਨੂੰ, ਮੈਂ ਕੋ ਆਪੋਜੀਸ਼ਨ ਦਾ ਹਿੱਸਾ ਨਹੀਂ ਹੈਗਾ। ਮੈਂ ਤੁਹਾਨੂੰ ਵੀ ਕਹੂੰਗਾ ਸੀਐਮ ਸਾਹਿਬ ਵੀ ਆਪਣੇ ਕਿਸੇ ਮੰਤਰੀ ਦੀ ਵੀ ਡਿਊਟੀ ਲਾਈ ਜਾਵੇ, ਇਹਨਾਂ ਦੇ ਪਰਿਵਾਰ ਦੇ ਵਿੱਚ ਹੋ ਕੇ ਜਾਣ ਔਰ ਇਸ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਜੇ ਉਹ ਐਸਐਚਓ ਮਾੜਾ ਜਾਂ ਜਿਹੜੇ ਅਫਸਰ ਨੇ ਵੀ ਉਹਨੂੰ ਸ਼ੈਲਟਰ ਕੀਤਾ, ਚਾਹੇ ਉਹ ਡੀਸੀਪੀ ਆ, ਚਾਹੇ ਉਹ ਡੀਐਸਪੀ ਆ, ਚਾਹੇ ਉਹ ਕਮਿਸ਼ਨਰ ਹੈ, ਚਾਹੇ ਉਹ ਕਿਸੇ ਲੈਵਲ ਦਾ ਵੀ ਆ, ਉਹਨੂੰ ਵੀ ਨਾਲ ਉਨੀ ਸਜ਼ਾ ਦਿੱਤੀ ਜਾਵੇ ਜਿਹੜੇ 17 ਦਿਨ ਤੋਂ ਅੱਜ 18 ਦਿਨ ਤੋਂ ਖੱਜਲ ਹੋ ਰਹੇ ਆ। ਸੋ ਅੱਜ ਜਲੰਧਰ ਦੇ ਵਿੱਚ ਬਹੁਤ ਵੱਡਾ ਜਿਹੜਾ ਕੈਂਡਲ ਮਾਰਚ ਨਿਕਲਿਆ। ਮੈਂ ਲੋਕਾਂ ਨੂੰ ਫਿਰ ਕਹੂੰਗਾ ਕਿ ਇਸ ਮੁੱਦੇ ਨੂੰ ਇੰਨੀ ਛੇਤੀ ਖਤਮ ਨਾ ਕੀਤਾ ਜਾਵੇ ਜਿੰਨਾ ਚਿਰ ਇਹਨੂੰ ਅੰਜਾਮ ਤੱਕ ਨਾ ਪਹੁੰਚਾਇਆ ਜਾਵੇ।